ध्यान नाल इस नूं पढ़ो। सैल अते बैटरी। सैल या बैटरी ਉਹ ਉਪਕਰਨ ਹੈ ਜਿਸ ਵਿੱਚ ਰਸਾਇਣਿਕ ਊਰਜਾ ਇਲੈਕਟ੍ਰੀਕਲ ਊਰਜਾ ਵਿੱਚ ਬਦਲਦੀ ਹੈ। ਸੈੱਲ 1.5 ਵੋਲਟ ਤੱਕ ਬਣਾਏ ਜਾਂਦੇ ਹਨ, ਪਰ 1.5 ਵੋਲਟ ਤੋਂ ਵੱਧ ਵੋਲਟ ਹੋਣ ਤੇ ਇਹ ਬੈਟਰੀ ਦਾ ਰੂਪ ਧਾਰਨ ਕਰ ਲੈਂਦੇ ਹਨ। ਕੁਝ ਸੈੱਲ ਸੀਰੀਜ਼ ਅਤੇ ਪੈਰਲਲ ਵਿੱਚ ਜੋੜ ਕੇ ਬੈਟਰੀ ਬਣਾਉਂਦੇ ਹਨ। ਸੈੱਲ ਅਤੇ ਬੈਟਰੀ ਦਾ ਇਲੈਕਟ੍ਰੀਕਲ ਸਿੰਬਲ ਹੇਠ ਲਿਖੇ ਅਨੁਸਾਰ ਹੈ। ਸੈੱਲ ਦਾ ਸਿੰਬਲ ਤੇ ਉਹ ਬੈਟਰੀ ਦਾ ਸਿੰਬਲ ਹੈ ਜਿਹੜੇ ਸੀਰੀਜ਼ ਵਿੱਚ ਜੋੜੇ ਗਏ ਹਨ। ਸੈੱਲ ਜਾਂ ਬੈਟਰੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ, ਪ੍ਰਾਇਮਰੀ ਸੈੱਲ, ਸੈਕੰਡਰੀ ਸੈੱਲ। ਹੁਣ ਤੁਹਾਨੂੰ ਪ੍ਰਾਇਮਰੀ ਸੈੱਲ ਤੇ ਸੈਕੰਡਰੀ ਸੈੱਲ ਬਾਰੇ ਦੱਸਾਂਗੇ। ਪ੍ਰੈਕਟੀਕਲੀ ਤੁਹਾਨੂੰ ਦੱਸਾਂਗੇ ਕਿ ਪ੍ਰਾਇਮਰੀ ਸੈੱਲ ਤੇ ਸੈਕੰਡਰੀ ਸੈੱਲ ਦੇ ਵਿੱਚ ਕੀ ਅੰਤਰ ਹੈ, ਪ੍ਰਾਇਮਰੀ ਸੈੱਲ ਕਿਸ ਨੂੰ ਕਹਿੰਦੇ ਹਨ। ਜਿਹੜਾ ਮੁੱਢਲਾ ਅੰਤਰ ਹੈ ਉਹ ਮੈਂ ਤੁਹਾਨੂੰ ਦੱਸਾਂਗਾ ਅਗਲੀ ਵੀਡੀਓ ਦੇ ਵਿੱਚ। ਮੈਂ ਤੁਹਾਨੂੰ ਦਿਖਾਉਣਾ ਹਾਂ ਪ੍ਰਾਇਮਰੀ ਸੈੱਲ ਤੇ ਸੈਕੰਡਰੀ ਸੈੱਲ ਬਾਰੇ। ਧੰਨਵਾਦ। ਬੇਟਾ ਤੁਹਾਨੂੰ ਸੈੱਲ ਤੇ ਬੈਟਰੀ ਬਾਰੇ ਦੱਸਿਆ ਹੀ, ਤੁਹਾਨੂੰ ਸੈੱਲ ਤੇ ਬੈਟਰੀਆਂ ਦੀ ਕਿਸਮਾਂ ਬਾਰੇ ਤੁਹਾਨੂੰ ਦੱਸਿਆ ਹੀ। ਦੋ ਤਰ੍ਹਾਂ ਦੇ ਸੈੱਲ ਹੁੰਦੇ, ਪ੍ਰਾਇਮਰੀ ਸੈੱਲ ਤੇ ਸੈਕੰਡਰੀ ਸੈੱਲ। ਪ੍ਰਾਇਮਰੀ ਸੈੱਲ ਉਹ ਵਾਲੇ ਸੈੱਲ ਹੈ, ਪ੍ਰਾਇਮਰੀ ਸੈੱਲ ਉਹ ਵਾਲੇ ਸੈੱਲ ਹੁੰਦੇ ਜਿਹਦੇ ਵਿੱਚ ਰਸਾਇਣਿਕ ਊਰਜਾ ਇਲੈਕਟ੍ਰੀਕਲ ਊਰਜਾ ਵਿੱਚ ਬਦਲਦੀ ਹੈ। ਪ੍ਰਾਇਮਰੀ ਸੈੱਲ ਵਿੱਚ ਕੇਵਲ ਰਸਾਇਣਿਕ ਊਰਜਾ ਹੀ ਇਲੈਕਟ੍ਰੀਕਲ ਊਰਜਾ ਵਿੱਚ ਹੀ ਬਦਲਦੀ ਹੈ। ਇਹਨਾਂ ਨੂੰ ਚਾਰਜ ਨਹੀਂ ਕੀਤਾ ਜਾ ਸਕਦਾ। ਜਿਹੜੇ ਪ੍ਰਾਇਮਰੀ ਸੈੱਲ ਹੈ ਇਹਨਾਂ ਨੂੰ ਚਾਰਜ ਨਹੀਂ ਕੀਤਾ ਜਾ ਸਕਦਾ। ਇਹਨਾਂ ਵਿੱਚ ਪਲੇਟਾਂ ਦੀ ਪ੍ਰੋਪਰਟੀ ਕਾਰਨ ਇਰਰਿਵਰਸੀਬਲ ਰਿਐਕਸ਼ਨ ਹੁੰਦੀ ਹੈ। ਰਿਵਰਸੀਬਲ ਰਿਐਕਸ਼ਨ ਨਹੀਂ ਹੁੰਦੀ, ਇਰਰਿਵਰਸੀਬਲ ਰਿਐਕਸ਼ਨ ਹੁੰਦੀ ਹੈ। ਰਿਐਕਸ਼ਨ ਇੱਕੋ ਟਾਈਪ ਦੀ ਹੁੰਦੀ ਹੈ ਕਿ ਮਤਲਬ ਜਿਹੜੀ ਸਾਡੀ ਰਸਾਇਣਿਕ ਊਰਜਾ ਹੈ ਉਹ ਇਲੈਕਟ੍ਰੀਕਲ ਊਰਜਾ ਵਿੱਚ ਹੀ ਬਦਲਦੀ ਹੈ। ਇਲੈਕਟ੍ਰੀਕਲ ਊਰਜਾ ਨੂੰ ਰਸਾਇਣਿਕ ਊਰਜਾ ਵਿੱਚ ਨਹੀਂ ਬਦਲ ਸਕਦੇ। ਇਹ ਵਾਲੇ ਸੈੱਲ ਹੈ ਬੜੇ ਸਸਤੇ ਹੁੰਦੇ ਆ ਔਰ ਵਨ ਟਾਈਮ ਯੂਜ਼ ਵਾਸਤੇ ਹੁੰਦੇ ਆ। ਇੱਕ ਵਾਰੀ ਇਹਨਾਂ ਵਾਸਤੇ ਸਿਰਫ ਡਿਸਚਾਰਜ ਵਾਸਤੇ ਆਪਾਂ ਯੂਜ਼ ਕਰ ਸਕਦੇ ਹਾਂ। ਵੋਲਟਾ ਸੈੱਲ ਹੈ, ਇਹਦੀ ਐਗਜ਼ਾਮਪਲ ਹੈ। ਵੋਲਟਾ ਸੈੱਲ ਵੀ ਇੱਕ ਪ੍ਰਾਇਮਰੀ ਸੈੱਲ ਹੈ। ਉਹਦੀ ਆਪਾਂ ਐਗਜ਼ਾਮਪਲ ਲੈ ਕੇ ਤੁਹਾਨੂੰ ਦੱਸਾਂਗੇ ਕਿ ਇਹਦੇ ਵਿੱਚ ਡਿਸਚਾਰਜਿੰਗ ਵੇਲੇ ਕਿਹੋ ਜਿਹੀ ਰਿਐਕਸ਼ਨ ਹੁੰਦੀ ਹੈ, ਕਿਹੜੀਆਂ ਪਲੇਟਾਂ ਵਿੱਚ ਯੂਜ਼ ਹੁੰਦੀਆਂ, ਉਹਦੇ ਬਾਰੇ ਤੁਹਾਨੂੰ ਦੱਸਣੇ ਆ। ਇਹ ਤੁਹਾਡੀ ਇੱਕ ਵੋਲਟਾ ਸੈੱਲ है। बेटा थोड़ा पास में आइए, वोल्टा सेल बताइए, जूम करके बताइए वोल्टा सेल। ये देखिए आपके सामने वोल्टा सेल है। ਇਹਦੇ ਵਿੱਚ ਦੇਖੋ ਪ੍ਰਾਇਮਰੀ ਸੈੱਲਾਂ ਵਿੱਚ ਕੇਵਲ ਰਸਾਇਣਿਕ ਊਰਜਾ ਇਲੈਕਟ੍ਰੀਕਲ ਊਰਜਾ ਵਿੱਚ ਹੀ ਬਦਲਦੀ ਹੈ। ਇਹਨਾਂ ਨੂੰ ਚਾਰਜ ਨਹੀਂ ਕੀਤਾ ਜਾ ਸਕਦਾ। ਇਹਨਾਂ ਵਿੱਚ ਪਲੇਟਾਂ ਦੀ ਪ੍ਰੋਪਰਟੀ ਕਾਰਨ ਇਰਰਿਵਰਸੀਬਲ ਰਿਐਕਸ਼ਨ ਹੁੰਦੀ ਹੈ। ਇਹਨਾਂ ਵਿੱਚ ਡਿਸਚਾਰਜਿੰਗ ਰਿਐਕਸ਼ਨ ਹੀ ਹੁੰਦੀ ਹੈ। ਇਹਨਾਂ ਨੂੰ ਵੋਲਟਾ ਸੈੱਲ ਵੀ ਕਿਹਾ ਜਾਂਦਾ ਹੈ। ਸਾਡੇ ਕੋਲ ਇੱਕ ਉਦਾਹਰਨ ਵਜੋਂ ਵੋਲਟਾ ਸੈੱਲ ਹੈ। ਵੋਲਟਾ ਸੈੱਲ ਦੇ ਵਿੱਚ ਦੇਖੋ ਬੇਟਾ, ਇਹ ਇੱਕ ਅਸੀਂ ਦੋ ਪਲੇਟਾਂ ਇੱਕ ਘੋਲ ਦੇ ਵਿੱਚ ਰੱਖੀਆਂ। ਇੱਕ ਪਲੇਟ ਤੁਹਾਡੀ ਕਾਪਰ ਦੀ ਹੈ, ਇੱਕ ਪਲੇਟ ਜ਼ਿੰਕ ਦੀ ਹੈ। ਇਹ ਪਲੇਟ ਜਿਹੜੀ ਹੈ ਤੁਹਾਡੀ ਕਾਪਰ ਦੀ ਹੈ, ਇਹ ਜ਼ਿੰਕ ਦੀ ਪਲੇਟ ਹੈ। ਤੇ ਇਹਨੂੰ ਕਿਹਦੇ ਵਿੱਚ ਰੱਖੇਦਾ? ਸਲਫਿਊਰਿਕ ਐਸਿਡ ਦੇ ਘੋਲ ਵਿੱਚ ਰੱਖੇਦਾ। ਸਲਫਿਊਰਿਕ ਐਸਿਡ ਦੇ ਤੇਜ਼ਾਬ ਦੇ ਜਿਹੜੇ ਘੋਲ ਦੇ ਵਿੱਚ ਰੱਖੇਦਾ ਇਹਨਾਂ ਨੂੰ, ਦੋਨੇ ਪਲੇਟਾਂ ਨੂੰ। ਇਹਦੇ ਵਿੱਚ ਕੀ ਹੁੰਦਾ? ਜਦੋਂ ਆਪਾਂ ਇਹਨਾਂ ਨੂੰ ਪਲੇਟਾਂ ਦੇ ਵਿੱਚ ਰੱਖਦੇ ਹਾਂ, ਇਹਨਾਂ ਵਿੱਚ ਲੋਕਲ ਰਿਐਕਸ਼ਨ ਹੁੰਦੀ ਹੈ। ਜਿਹੜੀ ਤੁਹਾਡੀ ਜ਼ਿੰਕ ਦੀ ਰੋਡ ਹੈ, ਜਿਹੜੀ ਜ਼ਿੰਕ ਰੋਡ ਹੈ, ਉਹ ਆਪਣੇ ਦੋ ਇਲੈਕਟ੍ਰੋਨ ਛੱਡ ਕੇ ਜਦੋਂ ਆਪਾਂ ਇਹਨੂੰ ਲੋਡ ਦੇ ਨਾਲ ਕਨੈਕਟ ਕਰਦੇ ਹਾਂ, ਆਪਾਂ ਜਦੋਂ ਇਸ ਨੂੰ ਲੋਡ ਨਾਲ ਕਨੈਕਟ ਕੀਤਾ, ਲੋਡ ਰੈਜ਼ਿਸਟੈਂਸ ਕੋਈ ਵੀ ਬਲਬ ਹੋ ਸਕਦਾ ਹੈ, ਜਿੰਨੀ ਵੋਲਟ ਦੀ ਬੈਟਰੀ ਉਨੀ ਵੋਲਟ ਦਾ ਬਲਬ ਆਪਾਂ ਯੂਜ਼ ਕਰ ਸਕਦੇ ਹਾਂ। ਜਦੋਂ ਆਪਾਂ ਕਨੈਕਟ ਕਰਦੇ ਹਾਂ, ਸਾਡੀ ਜਿਹੜੀ ਜ਼ਿੰਕ ਰੋਡ ਦੇ ਵਿੱਚ ਦੋ ਇਲੈਕਟ੍ਰੋਨ ਨਿਕਲ ਜਾਂਦੇ ਆ। ਉਹ ਨਿਕਲ ਕੇ ਦੋ ਇਲੈਕਟ੍ਰੋਨ ਜਿਹੜੇ ਆ ਉਹ ਆਇਨ ਬਣਾ ਜਾਂਦੇ ਆ। ਆਇਨ ਬਣਾ ਕੇ ਲੋਡ ਤੋਂ ਨਿਕਲ ਕੇ ਅਸੀਂ ਇਹ ਕਾਪਰ ਵੱਲ ਤੁਰਨ ਲੱਗ ਪੈਂਦੇ ਆ। ਠੀਕ ਹੈ। ਉਹ ਜਿਹੜਾ ਸਾਡਾ ਸਲਫਿਊਰਿਕ ਐਸਿਡ ਹੈ, ਸਲਫਿਊਰਿਕ ਐਸਿਡ ਵੀ ਆਇਨ ਵਿੱਚ ਟੁੱਟ ਜਾਂਦਾ ਹੈ। ਸਲਫਿਊਰਿਕ ਐਸਿਡ H2SO4 2H+ ਤੇ SO4 2 ਇਲੈਕਟ੍ਰੋਨ ਛੱਡ ਕੇ ਆਇਨ ਦੇ ਵਿੱਚ ਟੁੱਟ ਜਾਂਦਾ ਹੈ। ਜ਼ਿੰਕ ਸਾਡੇ ਵੀ ਦੋ ਇਲੈਕਟ੍ਰੋਨ ਛੱਡਦਾ ਤੇ Zn++ ਹੋ ਜਾਂਦਾ। ਇਹ Zn++ SO4 ਨਾਲ ਰਿਐਕਸ਼ਨ ਕਰਕੇ ਜ਼ਿੰਕ ਸਲਫੇਟ ਸੋਲੂਸ਼ਨ ਬਣਾ ਲੈਂਦਾ ਹੈ ਔਰ ਇਹਦੇ ਥੱਲੇ ਬਹਿ ਜਾਂਦਾ ਹੈ। ਤੇ ਜਿਹੜੇ ਸਾਡਾ 2H+ ਹੈ, ਉਹ ਜਿਹੜੇ ਆਇਨ ਹੈ, ਉਹ ਦੋ ਇਲੈਕਟ੍ਰੋਨ ਕਾਪਰ ਤੋਂ ਲੈ ਕੇ H2 ਗੈਸ ਬਣਾ ਕੇ ਉੱਡ ਜਾਂਦਾ, ਬਾਹਰ ਨਿਕਲ ਜਾਂਦਾ। ਹੁਣ ਇਹਦੇ ਵਿੱਚ ਰਿਐਕਸ਼ਨ ਜਿਹੜੀ ਹੈ, ਡਿਸਚਾਰਜਿੰਗ ਵਾਲੀ ਜਿਹੜੀ ਰਿਐਕਸ਼ਨ ਹੋਣੀ ਹੈ, ਸਾਡੇ ਜ਼ਿੰਕ ਦੇ ਇਲੈਕਟ੍ਰੋਨ ਨਿਕਲ ਕੇ ਜ਼ਿੰਕ ਦੇ ਇਲੈਕਟ੍ਰੋਨ ਨਿਕਲ ਕੇ ਲੋਡ ਰੈਜ਼ਿਸਟੈਂਸ ਤੋਂ ਹੋ ਕੇ ਕਾਪਰ ਦੀ ਪਲੇਟ ਵੱਲ ਜਾ ਕੇ ਤੇ SO4 ਨਾਲ ਰਿਐਕਸ਼ਨ ਕਰਕੇ ZnSO4 ਬਣਾ ਦਿੰਦੇ ਆ। ਬਾਹਰਲੇ ਪਾਸੇ ਇਲੈਕਟ੍ਰੋਨ ਜ਼ਿੰਕ ਤੋਂ ਕਾਪਰ ਵੱਲ ਚੱਲਦੇ ਹੈ ਤੇ ਜਿਹੜੀ ਸਾਡੀ ਕਰੰਟ ਦੀ ਦਿਸ਼ਾ ਇਲੈਕਟ੍ਰੋਨ ਦੇ ਹਮੇਸ਼ਾ ਆਪੋਜੀਟ ਹੁੰਦੀ ਹੈ। ਕਰੰਟ ਸਾਡਾ ਕਾਪਰ ਤੋਂ ਜ਼ਿੰਕ ਵੱਲ ਚੱਲਦਾ ਹੈ, ਲੇਕਿਨ ਇਲੈਕਟ੍ਰੋਨ ਜ਼ਿੰਕ ਤੋਂ ਕਾਪਰ ਵੱਲ ਚੱਲਦੇ ਨੇ ਬਾਹਰ, ਜਿਹੜਾ ਲੋਡ ਰੈਜ਼ਿਸਟੈਂਸ ਤੋਂ ਹੋ ਕੇ। ਲੇਕਿਨ ਅੰਦਰਲੇ ਪਾਸੇ
ਜਿਹੜੇ ਅੰਦਰ ਇਲੈਕਟ੍ਰੋਨ ਹੈ ਉਹ ਸਾਡੇ ਕਾਪਰ ਤੋਂ ਨਿਕਲ ਕੇ ਜ਼ਿੰਕ ਵੱਲ ਚੱਲਦੇ ਨੇ ਤੇ ਕਰੰਟ ਜਿਹੜਾ ਜ਼ਿੰਕ ਤੋਂ ਨਿਕਲ ਕੇ ਕਾਪਰ ਵੱਲ ਚੱਲਦਾ ਹੈ, ਜਿਹੜਾ ਸੋਲੂਸ਼ਨ ਦੇ ਅੰਦਰ ਹੈ। ਇਹ ਇਹਦੀ ਟੋਟਲ ਰਿਐਕਸ਼ਨ ਹੈ ਬੋਰਟਾ ਸੈੱਲ ਦਾ, ਇਹ ਸਿਧਾਂਤ ਹੈ। ਹੁਣ ਇਹਨੂੰ ਬੜੇ ਧਿਆਨ ਨਾਲ ਦੇਖ ਲਓ। ਇਸ ਤੋਂ ਬਾਅਦ ਮੈਂ ਤੁਹਾਨੂੰ ਸੈਕੰਡਰੀ ਸੈੱਲ ਬਾਰੇ ਦੱਸਾਂਗਾ। ਪ੍ਰਾਇਮਰੀ ਸੈੱਲ ਮੈਨੂੰ ਲੱਗਦਾ ਤੁਹਾਨੂੰ ਸਮਝ ਆ ਚੁੱਕਿਆ ਹੋਏਗਾ। ਜੇਕਰ ਕੋਈ ਤੁਹਾਨੂੰ ਨਹੀਂ ਸਮਝ ਲੱਗਦੀ ਤਾਂ ਮੇਰੇ ਨਾਲ ਕੰਟੈਕਟ ਕੀਤਾ ਜਾ ਸਕਦਾ ਹੈ। ਧੰਨਵਾਦ। ਹੁਣ ਮੈਂ ਤੁਹਾਨੂੰ ਸੈਕੰਡਰੀ ਸੈੱਲ ਬਾਰੇ ਵਿਸਤਾਰਪੂਰਵਕ ਦੱਸਾਂਗਾ। ਸੈਕੰਡਰੀ ਸੈੱਲ ਦੀ ਐਗਜ਼ਾਮਪਲ ਲੈ ਕੇ ਵੀ ਦੱਸਾਂਗਾ। ਔਰ ਜਿਹੜੇ ਪ੍ਰਾਇਮਰੀ ਸੈੱਲ ਹੈ ਇਹ ਅਸੀਂ ਚਾਰਜ ਨਹੀਂ ਕੀਤੇ ਜਾ ਸਕਦੇ। ਪ੍ਰਾਇਮਰੀ ਸੈੱਲਾਂ ਨੂੰ ਵਨ ਟਾਈਮ ਯੂਜ਼ ਕੀਤਾ ਜਾ ਸਕਦਾ ਹੈ, ਸਸਤੇ ਹੁੰਦੇ ਨੇ। ਇੱਕ ਪ੍ਰੋਪਰਟੀ ਹੁੰਦੀ ਹੈ ਇਹਨਾਂ ਦੀ, ਪ੍ਰੋਪਰਟੀ ਇਹੋ ਜਿਹੀ ਹੈ। ਇਹਨਾਂ ਵਿੱਚ ਜਿਹੜਾ ਜ਼ਿੰਕ ਤੇ ਕਾਪਰ ਦੀ ਪਲੇਟ ਹੈ, ਇਹਨਾਂ ਦੀ ਪ੍ਰੋਪਰਟੀ ਇਹ ਹੁੰਦੀ ਹੈ ਕਿ ਇੱਕ ਵਾਰੀ ਜਦੋਂ ਇਹ ਜ਼ਿੰਕ ਸਲਫੇਟ ਦੇ ਵਿੱਚ ਬਦਲ ਜਾਣ ਤਾਂ ਇਸ ਨੂੰ ਦੁਬਾਰਾ ਅਸੀਂ ਵਰਤੋਂ ਵਿੱਚ ਨਹੀਂ ਲਿਆ ਸਕਦੇ। ਬੇਟਾ ਹੁਣ ਮੈਂ ਤੁਹਾਨੂੰ ਸੈਕੰਡਰੀ ਸੈੱਲ ਬਾਰੇ ਦੱਸਣਾ। ਸੈਕੰਡਰੀ ਸੈੱਲ ਦੀ ਇੱਕ ਐਗਜ਼ਾਮਪਲ, ਸੈਕੰਡਰੀ ਸੈੱਲ ਉਹ ਵਾਲੇ ਸੈੱਲ ਹੁੰਦੇ ਆ। ਸੈਕੰਡਰੀ ਸੈੱਲ ਬਾਰੇ ਦੱਸਾਂਗੇ। ਸੈਕੰਡਰੀ ਸੈੱਲ ਉਹ ਸੈੱਲ ਹੁੰਦੇ ਨੇ ਜਿਨ੍ਹਾਂ ਵਿੱਚ ਚਾਰਜਿੰਗ ਤੇ ਡਿਸਚਾਰਜਿੰਗ ਦੋਨੇ ਕਿਰਿਆਵਾਂ ਹੁੰਦੀਆਂ, ਠੀਕ ਹੈ। ਔਰ ਇਹਨਾਂ ਦੀ ਜਿਹੜੀ ਲਾਈਫ ਹੈ ਬਹੁਤ ਜ਼ਿਆਦਾ ਹੁੰਦੀ ਹੈ, ਮਹਿੰਗੇ ਵੀ ਹੁੰਦੇ ਆ, ਭਾਰੇ ਵੀ ਹੁੰਦੇ ਆ ਸੈੱਲ। ਸੈਕੰਡਰੀ ਸੈੱਲ ਜਿਹੜੇ ਆ ਅਸੀਂ ਦੁਬਾਰਾ ਉਹਨਾਂ ਨੂੰ ਯੂਜ਼ ਕੀਤਾ ਜਾ ਸਕਦਾ ਹੈ। ਡਿਸਚਾਰਜਿੰਗ ਜਦੋਂ ਡਿਸਚਾਰਜ ਹੋ ਜਾਂਦੇ ਆ ਉਹਦੇ ਉੱਤੇ ਚਾਰਜਰ ਯੂਜ਼ ਕਰਕੇ ਅਸੀਂ ਉਹਨੂੰ ਦੁਬਾਰਾ ਯੂਜ਼ ਕਰ ਸਕਦੇ ਹਾਂ। ਇਹ ਤੁਹਾਨੂੰ ਮੈਂ ਸੈੱਲਾਂ ਦੇ ਬਾਰੇ ਥੋੜ੍ਹਾ ਦੱਸਣਾ ਹੈ। ਸੈਕੰਡਰੀ ਸੈੱਲ ਦੇ ਵਿੱਚ ਕੀ ਹੈ, ਇਹਦੇ ਵਿੱਚ ਰਿਵਰਸੀਬਲ ਰਿਐਕਸ਼ਨ ਹੁੰਦੀ ਹੈ। ਜਦੋਂ ਆਪਾਂ ਇਹਨੂੰ ਡਿਸਚਾਰਜਿੰਗ ਵੇਲੇ ਕਿਹੜੀ ਰਿਐਕਸ਼ਨ ਹੁੰਦੀ ਹੈ, ਇਹ ਸੈਕੰਡਰੀ ਸੈੱਲ ਦੀ ਐਗਜ਼ਾਮਪਲ ਹੈ। ਇੱਕ ਆਪਾਂ ਲੈਡ ਆਕਸਾਈਡ ਦੀ ਬੈਟਰੀ ਜਾਂ ਸੈੱਲ ਹੈ, ਲੈਡ ਆਕਸਾਈਡ ਦਾ ਬਣੇ ਦਾ ਜਿਹੜਾ, ਇਹਦੇ ਵਿੱਚ ਦੋ ਪਲੇਟਾਂ ਯੂਜ਼ ਹੁੰਦੀਆਂ, ਇੱਕ ਲੈਡ ਪਰਆਕਸਾਈਡ ਤੇ ਇੱਕ ਲੈਡ ਦੀ ਪਲੇਟ ਹੈ, PbO2 ਤੇ PB। ਲੈਡ ਦੀ ਪਲੇਟ ਹੈ, ਲੈਡ ਪਰਆਕਸਾਈਡ ਦੀ ਪਲੇਟ ਹੈ, ਠੀਕ ਹੈ। ਇਹ ਫੁੱਲ ਚਾਰਜ ਹੋਈ ਦੀ ਹੈ। ਜਦੋਂ ਫੁੱਲ ਚਾਰਜ ਹੁੰਦੀਆਂ PbO2 ਤੇ PB, ਤੇ ਇਹਨੂੰ ਜਿਹੜਾ ਸਲਫਿਊਰਿਕ ਐਸਿਡ ਦੇ ਘੋਲ ਦੇ ਵਿੱਚ ਪਾਏਦਾ, ਸਲਫਿਊਰਿਕ ਐਸਿਡ ਦੇ ਘੋਲ ਦੇ ਵਿੱਚ ਪਾਏਦਾ ਇਹਨੂੰ। ਜਿਹੜੀ ਲੈਡ ਪਰਆਕਸਾਈਡ ਹੈ, ਲੈਡ ਪਰਆਕਸਾਈਡ ਇਹ ਗੂੜੇ ਚੋਕਲੇਟ ਭੂਰੇ ਰੰਗ ਦੀ ਪਲੇਟ ਹੁੰਦੀ ਹੈ, ਤੇ ਜਿਹੜੀ ਲੈਡ ਸ਼ੀਸ਼ੇ ਸਲੇਟੀ ਰੰਗ ਦੀ ਪਲੇਟ ਹੁੰਦੀ ਹੈ। ਸਲੇਟੀ ਰੰਗ ਦਾ ਇਹਦਾ ਕਲਰ ਹੁੰਦਾ ਹੈ ਤੇ H2SO4 ਐਸਿਡ ਦੇ ਵਿੱਚ ਡੁਬੋਇਆ ਹੁੰਦਾ ਹੈ। ਜਦੋਂ ਹੀ ਅਸੀਂ ਇਹਨੂੰ ਕਨੈਕਟ ਕਰਦੇ ਹਾਂ, ਇਹਦੇ ਉੱਤੇ ਡਿਸਚਾਰਜਿੰਗ ਸ਼ੁਰੂ ਹੋ ਜਾਂਦੀ ਹੈ। ਉਹਦੇ ਵਿੱਚ ਕੀ ਹੁੰਦਾ ਹੈ, ਜਿਹੜਾ ਸਾਡਾ ਸਲਫਿਊਰਿਕ ਐਸਿਡ ਹੈ H2SO4 ਉਹ ਆਇਨ ਦੇ ਵਿੱਚ ਟੁੱਟ ਜਾਂਦਾ ਹੈ, 2H+ ਤੇ SO4- ਆਇਨ ਦੇ ਵਿੱਚ। ਜਿਹੜੇ ਇਹ ਆਇਨ ਦੇ ਵਿੱਚ ਜਿਹੜਾ ਟੁੱਟ ਜਾਂਦਾ ਹੈ, ਜਿਹੜੀ ਸਾਡੀ ਲੈਡ ਦੀ ਪਲੇਟ ਹੈ, ਜਿਹੜੀ ਸਾਡੀ PB ਲੈਡ ਦੀ ਪਲੇਟ ਹੈ, ਸ਼ੁੱਧ ਸ਼ੀਸ਼ੇ ਦੀ ਪਲੇਟ, ਇਹਦੇ ਵਿੱਚੋਂ ਜਿਹੜੇ ਇਲੈਕਟ੍ਰੋਨ ਦੋ ਲੈਡ ਇਲੈਕਟ੍ਰੋਨ ਨਿਕਲਦੇ ਆ, ਉਹ ਇਲੈਕਟ੍ਰੋਨ ਲੋਡ ਰੈਜ਼ਿਸਟੈਂਸ ਤੋਂ ਹੋ ਕੇ ਲੈਡ ਪਰਆਕਸਾਈਡ ਵੱਲ ਜਾਂਦੇ ਆ, ਤੇ ਇਹ ਲੈਡ ਦੋ Pb++ SO4 ਨਾਲ ਰਿਐਕਸ਼ਨ ਕਰਕੇ PbSO4 ਬਣਾ ਦਿੰਦੇ ਆ। ਰਿਨ ਪਲੇਟ ਦੇ ਉੱਤੇ ਜਿਹੜਾ ਇਫੈਕਟ ਹੁੰਦਾ, ਰਿਐਕਸ਼ਨ ਹੁੰਦੀ ਹੈ। ਜਿਹੜੀ ਧਨ ਪਲੇਟ ਦੇ ਉੱਤੇ ਰਿਐਕਸ਼ਨ ਹੁੰਦੀ ਹੈ PbO2, ਇਹਦੇ ਵਿੱਚ ਜਿਹੜਾ H2 ਆਇਨ ਹੈ ਉੱਧਰ ਰਿਐਕਸ਼ਨ ਕਰਦਾ ਹੈ, ਤੇ ਨਾਲ ਸਲਫਿਊਰਿਕ ਐਸਿਡ H2SO4 ਹੁੰਦਾ, ਇਹ ਵੀ PbSO4 ਤੇ ਪਾਣੀ ਜਿਹੜਾ ਅਲੱਗ ਹੋ ਜਾਂਦਾ ਤੇ PbSO4 ਇਹਦੇ ਵੀ ਬਣ ਜਾਂਦਾ ਡਿਸਚਾਰਜਿੰਗ ਵੇਲੇ। ਹੁਣ ਅਸੀਂ ਫੁੱਲ ਡਿਸਚਾਰਜ ਹੋ ਗਈ, ਜਦੋਂ ਬੈਟਰੀ ਡਿਸਚਾਰਜ ਹੋ ਗਈ, ਇਹਦੇ ਵਿੱਚ ਕੀ ਹੁੰਦਾ, ਸੈੱਲ ਦੀ ਵੋਲਟੇਜ ਘੱਟ ਜਾਂਦੀ ਹੈ, ਸੈੱਲ ਦੀ ਵੋਲਟੇਜ ਬਿਲਕੁਲ ਡਾਊਨ ਆ ਜਾਂਦੀ ਹੈ। ਹਰ ਇੱਕ ਸੈੱਲ ਦੀ ਮਿਨੀਮਮ ਵੋਲਟੇਜ ਹੁੰਦੀ ਹੈ। ਸਪੋਜ਼ ਜੇ 12 ਵੋਲਟ ਦਾ ਬੈਟਰੀ ਹੈ, ਉਹਦੀ ਘੱਟੋ ਘੱਟ ਜਿਹੜੀ ਡਿਸਚਾਰਜ ਵੋਲਟੇਜ ਆ 10.5 ਵੋਲਟ ਹੁੰਦੀ ਹੈ, ਠੀਕ ਹੈ। ਮਤਲਬ ਮਿਨੀਮਮ ਵੋਲਟੇਜ ਡਿਸਚਾਰਜਿੰਗ ਵੇਲੇ ਉਸ ਤੋਂ ਘੱਟ ਵੋਲਟੇਜ ਨਹੀਂ ਹੋਣੀ ਚਾਹੀਦੀ, ਫਿਰ ਡੀਪ ਡਿਸਚਾਰਜ ਹੋ ਜਾਂਦਾ, ਫਿਰ ਉਹਨੂੰ ਚਾਰਜਿੰਗ ਕਰਨਾ ਔਖਾ ਹੁੰਦਾ, ਠੀਕ ਹੈ ਜੀ। ਹੁਣ ਚਾਰਜਿੰਗ ਵੇਲੇ ਕਿਹੜੀ ਰਿਐਕਸ਼ਨ ਹੁੰਦੀ ਹੈ, ਚਾਰਜਿੰਗ ਵੇਲੇ ਦੋਨੇ ਪਲੇਟਾਂ ਕੀ ਬਣ ਗਈਆਂ ਹੁੰਦੀਆਂ, ਲੈਡ ਸਲਫੇਟ ਦੀਆਂ ਬਣ ਗਈਆਂ ਹੁੰਦੀਆਂ ਦੋਨੋਂ ਪਲੇਟਾਂ। ਦੇਖੋ ਦੋਨੇ ਪਲੇਟਾਂ ਲੈਡ ਸਲਫੇਟ ਦੀਆਂ ਬਣ ਗਈਆਂ। ਹੁਣ ਅਸੀਂ ਇਹਨਾਂ ਚਾਰਜਰ ਕਨੈਕਟ ਕੀਤਾ, DC ਸਪਲਾਈ ਯੂਜ਼ ਕੀਤੀ ਜਾਂਦੀ ਹੈ, ਸਲਫਿਊਰਿਕ ਐਸਿਡ ਥੋੜਾ ਬਹੁਤਾ ਪਿਆ ਹੁੰਦਾ ਥੱਲੇ, ਠੀਕ ਹੈ ਜੀ। ਹੁਣ ਇਹਦੇ ਤੇ ਆਪਾਂ ਚਾਰਜਰ ਯੂਜ਼ ਕੀਤਾ, ਜਿਹੜਾ ਇਹ PbSO4 ਰਿਨ ਪਲੇਟ ਦੇ ਉੱਤੇ ਜਿਹੜਾ PbSO4 ਬਣਿਆ ਹੁੰਦਾ, ਇਹਦੇ ਨਾਲ ਕੀ ਹੁੰਦਾ, PbSO4 ਨੈਗੇਟਿਵ ਪਲੇਟ ਹੈ, ਚਾਰਜਿੰਗ ਹੋਏ ਕਰਦੀ ਹੈ, H2 ਇਹਦੇ ਨਾਲ ਰਿਐਕਟ ਹੋਣਾ, H2 ਜਦੋਂ ਰਿਐਕਟ ਹੁੰਦਾ ਤੇ ਲੈਡ ਅਲੱਗ ਹੋ ਜਾਂਦਾ, ਪਿਓਰ ਲੈਡ, ਤੇ H2SO4 ਅਲੱਗ ਹੋ ਜਾਂਦਾ, ਜਿਹੜਾ ਸੋਲੂਸ਼ਨ ਬਣ ਜਾਂਦਾ H2SO4 ਦਾ। ਧਨ ਪਲੇਟ ਦੇ ਉੱਤੇ PbSO4 ਹੈ ਤੇ ਪਾਣੀ ਬਣਦਾ 2H2O। ਇਹ SO4 ਇਹਦੇ ਨਾਲ ਰਿਐਕਸ਼ਨ ਹੋਣੀ ਹੈ,
ਤੇ ਭੂਰੇ ਰੰਗ ਦੀ ਜਿਹੜਾ ਲੈਡ ਪਰਆਕਸਾਈਡ ਅਲੱਗ ਹੋ ਜਾਣਾ, H2SO4 ਅਲੱਗ ਹੋ ਜਾਣਾ, ਉਹ ਮਿਲ ਜਾਣਾ H2SO4। ਤੇ ਇਹਦੇ ਵਿੱਚ ਕੀ ਹੁੰਦਾ, ਚਾਰਜਿੰਗ ਵੇਲੇ ਜਦੋਂ ਬੈਟਰੀ ਚਾਰਜ ਹੋ ਜਾਂਦੀ ਹੈ, ਇਹਦੀ ਵੋਲਟੇਜ ਵੱਧਦੀ ਜਾਣੀ ਹੈ, ਵੋਲਟ ਜਿਹੜੀ ਵੱਧ ਜਾਣੀ ਹੈ ਬਿਲਕੁਲ, ਤੇ ਸਾਡੀ ਜਿਹੜੀ ਹੈ ਬੈਟਰੀ ਚਾਰਜ ਹੋ ਜਾਣੀ ਹੈ। ਇਹ ਸੈਕੰਡਰੀ ਸੈੱਲ ਦਾ ਪੁਆਇੰਟ ਹੈ। ਸੈਕੰਡਰੀ ਸੈੱਲ 'ਚ ਰਿਐਕਸ਼ਨਾਂ ਜਿਹੜੀਆਂ ਦੋਨੇ ਪਾਸੇ ਯੂਜ਼ ਹੁੰਦੀਆਂ, ਰਿਵਰਸੀਬਲ, ਇਰੀਵਰਸੀਬਲ ਰਿਐਕਸ਼ਨ। ਇਹ ਤੁਹਾਨੂੰ ਅਸੀਂ ਸੈੱਲ ਤੇ ਬੈਟਰੀ ਬਾਰੇ ਦੱਸਿਆ। ਸੈੱਲ ਤੇ ਬੈਟਰੀ ਦੀਆਂ ਸਪੈਸੀਫਿਕੇਸ਼ਨ ਕੀ ਹੁੰਦੀ ਹੈ? ਸਪੈਸੀਫਿਕੇਸ਼ਨਾਂ ਸੈੱਲ ਤੇ ਬੈਟਰੀ ਦੀਆਂ 3 ਤਰ੍ਹਾਂ ਦੀ ਸਪੈਸੀਫਿਕੇਸ਼ਨ ਹੁੰਦੀਆਂ। ਸਭ ਤੋਂ ਪਹਿਲਾਂ ਬੈਟਰੀ ਦੀ ਵੋਲਟੇਜ ਸਪੈਸੀਫਿਕੇਸ਼ਨ ਦਾ ਮਤਲਬ ਹੈ ਕਿ ਅਸੀਂ ਜਦੋਂ ਬੈਟਰੀ ਲੈਂਦੇ ਹਾਂ, ਬੈਟਰੀ ਉੱਤੇ ਕੀ ਕੀ ਚੀਜ਼ਾਂ ਲਿਖੀਆਂ ਹੁੰਦੀਆਂ। ਸਭ ਤੋਂ ਪਹਿਲਾਂ ਉਹਦੀ ਵੋਲਟੇਜ ਲਿਖੀ ਹੋਣੀ, ਕਿੰਨੀ ਵੋਲਟ ਦੀ ਬੈਟਰੀ ਹੈ, ਠੀਕ ਹੈ ਜੀ, ਕਿੰਨੀ ਵੋਲਟੇਜ ਦੀ ਬੈਟਰੀ ਹੈ, 9 ਵੋਲਟ ਦੀ ਬੈਟਰੀ ਹੈ, 12 ਵੋਲਟ ਦੀ ਬੈਟਰੀ ਹੈ, 24 ਵੋਲਟ ਦੀ ਬੈਟਰੀ ਹੈ, ਇਹ ਉਹਦੀ ਵੋਲਟੇਜ ਲਿਖੀ ਹੁੰਦੀ ਹੈ। ਦੂਸਰੇ ਨੰਬਰ 'ਤੇ ਉਹਦਾ ਲਿਖਿਆ ਹੁੰਦਾ AH, ਅੰਪੇਅਰ ਆਵਰ, ਕਿੰਨੇ AH ਦੀ ਬੈਟਰੀ ਹੈ। ਚਲੋ ਮੈਂ ਤੁਹਾਨੂੰ ਇਹਨੂੰ ਥੋੜ੍ਹਾ ਜਿਹਾ ਉਹਦੇ ਉੱਤੇ ਸਮਝਾਉਣਾ, ਦੁਬਾਰਾ ਚਾਰਟ ਬਣਾ ਕੇ, ਉਹਦੇ ਵਿੱਚ ਤੁਹਾਨੂੰ ਸਮਝ ਲੱਗੇਗਾ। ਧੰਨਵਾਦ। ਹੁਣ ਅਸੀਂ ਸੈੱਲ ਜਾਂ ਬੈਟਰੀ ਦੀ ਸਪੈਸੀਫਿਕੇਸ਼ਨ ਦੱਸਣ ਲੱਗੇ ਹਾਂ। ਬੈਟਰੀ ਦੀ ਸਪੈਸੀਫਿਕੇਸ਼ਨ ਦਾ ਮਤਲਬ ਹੈ ਕਿ ਬੈਟਰੀ ਨੂੰ ਕਿਹਦੇ ਵਿੱਚ ਨਾਪਿਆ ਜਾਂਦਾ ਹੈ। ਸਭ ਤੋਂ ਪਹਿਲਾਂ ਬੈਟਰੀ ਦੀ ਸਪੈਸੀਫਿਕੇਸ਼ਨ ਵੋਲਟੇਜ ਦੇ ਆਧਾਰ 'ਤੇ ਨਾਪੀ ਜਾਂਦੀ ਹੈ। ਕਿੰਨੇ ਵੋਲਟੇਜ ਦੀ ਬੈਟਰੀ ਹੈ, ਕਿੰਨੇ ਵੋਲਟ ਦੀ ਬੈਟਰੀ ਹੈ, 9 ਵੋਲਟ ਦੀ ਬੈਟਰੀ, 12 ਵੋਲਟ ਦੀ ਬੈਟਰੀ ਹੈ, 24 ਵੋਲਟ ਦੀ ਬੈਟਰੀ ਹੈ, 36 ਵੋਲਟ ਦੀ ਬੈਟਰੀ ਹੈ। ਵੈਸੇ ਵੋਲਟੇਜ ਨੂੰ ਅਸੀਂ ਜਿੰਨਾ ਮਰਜ਼ੀ ਵਧਾ ਸਕਦੇ ਹਾਂ, ਜਿੰਨਾ ਮਰਜ਼ੀ ਘਟਾ ਸਕਦੇ ਹਾਂ, ਉਹ ਡਿਪੈਂਡ ਕਰਦਾ ਕਨੈਕਸ਼ਨ ਕਿਸ ਤਰ੍ਹਾਂ ਕੀਤੇ ਜਾਂਦੇ ਆ। ਉਸ ਤੋਂ ਬਾਅਦ ਸੈਕਿੰਡ, ਬੈਟਰੀ ਦੀ ਕਪੈਸਿਟੀ, ਜਿਹੜਾ ਬੈਟਰੀ ਦੀ ਕਪੈਸਿਟੀ, ਬੈਟਰੀ ਦੇ ਉੱਤੇ ਕਪੈਸਿਟੀ ਵੀ ਲਿਖੀ ਹੁੰਦੀ ਆ, ਜਿਹਨੂੰ AH ਦੇ ਨਾਲ, ਐਂਪੀਅਰ ਆਵਰ ਦੇ ਨਾਲ ਲਿਖਦੇ ਹਾਂ। ਉਸ ਤੋਂ ਬਾਅਦ ਬੈਟਰੀ ਟਾਈਪ ਹੈ, ਲੈਡ ਐਸਿਡ ਬੈਟਰੀ ਹੈ, ਲਿਥੀਅਮ ਆਇਨ ਬੈਟਰੀ ਹੈ ਜਾਂ ਵੋਲਟਾ ਸੈੱਲ ਹੈ, ਇਹ ਬੈਟਰੀ ਦੀ ਟਾਈਪ ਹੈ, ਇਹਦੇ ਉੱਤੇ ਲਿਖੀ ਹੁੰਦੀ ਹੈ। ਅੰਪੀਅਰ ਆਵਰ ਵੋਲਟੇਜ ਦਾ ਤੁਹਾਨੂੰ ਪਤਾ ਹੀ ਹੈ, ਬੈਟਰੀ ਟਾਈਪ ਦਾ ਪਤਾ ਲੱਗ ਗਿਆ। ਬੈਟਰੀ ਦੀ ਕਪੈਸਿਟੀ AH ਦਾ ਕੀ ਮਤਲਬ ਹੈ? ਅੰਪੀਅਰ ਆਵਰ, ਇਸ ਦਾ ਮਤਲਬ ਇਹ ਹੈ ਬੈਟਰੀ ਫੁੱਲ ਚਾਰਜਿੰਗ, ਜਦੋਂ ਬੈਟਰੀ ਫੁੱਲ ਚਾਰਜ, ਸਪੋਜ਼ 12 ਵੋਲਟ ਦੀ ਬੈਟਰੀ ਹੈ, ਅਗਰ ਉਹਨੂੰ ਆਪਾਂ ਚਾਰਜ ਕਰ ਦਿੰਦੇ ਹਾਂ, ਫੁੱਲ ਚਾਰਜ ਕਰ ਦਿੰਦੇ ਹਾਂ, ਉਹਦੀ 13.5 ਵੋਲਟ ਹੁੰਦੀ ਹੈ ਫੁੱਲ ਚਾਰਜਿੰਗ ਵੇਲੇ, ਅਤੇ ਫੁੱਲ ਡਿਸਚਾਰਜ ਉਹਦੀ 10.5 ਵੋਲਟ। ਫੁੱਲ ਚਾਰਜਿੰਗ 13.5 ਵੋਲਟ ਹੈ, 10.5 ਵੋਲਟ 'ਤੇ ਆਉਣ ਦੇ ਵਿੱਚ ਕਿੰਨੇ ਅੰਪੀਅਰ ਦਾ ਲੋਡ ਦਿੱਤਾ ਜਾਏ ਅਤੇ ਕਿੰਨੇ ਟਾਈਮ ਚੱਲਦੀ ਹੈ, ਉਹ ਉਹਦੀ AH ਹੋਏਗੀ। ਸਪੋਜ਼ ਜਿਵੇਂ 10 AH ਦੀ ਬੈਟਰੀ ਹੈ, ਅਗਰ ਆਪਾਂ ਇਹਨੂੰ 10 ਅੰਪੇਅਰ ਦਾ ਲੋਡ ਦਿੱਤਾ ਜਾਏ, 10 ਅੰਪੇਅਰ ਉੱਤੇ ਲੋਡ ਪਾ ਦਿੱਤਾ ਜਾਏ, ਤੇ ਇਹ 1 ਘੰਟੇ ਤੋਂ ਬਾਅਦ ਫੁੱਲੀ ਡਿਸਚਾਰਜ ਹੋਏਗੀ। ਨਾ ਪਹਿਲੇ ਡਿਸਚਾਰਜ ਹੋਣੀ ਚਾਹੀਦੀ ਹੈ, ਨਾ ਇਸ ਤੋਂ ਬਾਅਦ ਵੈਸੇ ਚੱਲਣੀ ਵੀ ਨਹੀਂ ਹੈ। ਉਹ ਜੇ ਪਹਿਲਾਂ ਡਿਸਚਾਰਜ ਹੋ ਜਾਂਦੀ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਇਹ ਬੈਟਰੀ ਵਿੱਚ ਕੋਈ ਪ੍ਰੋਬਲਮ ਹੈ। ਬੈਟਰੀ ਦੀ ਸਪੈਸੀਫਿਕੇਸ਼ਨ ਬਾਰੇ ਤੁਹਾਨੂੰ ਪਤਾ ਲੱਗ ਗਿਆ ਹੋਏਗਾ, ਇਹਨੂੰ ਵੀ ਬੜੇ ਧਿਆਨ ਨਾਲ ਦੇਖ ਲੈਣਾ। ਇਸ ਤੋਂ ਬਾਅਦ ਮੈਂ ਸੈੱਲ ਜਾਂ ਬੈਟਰੀ ਦੀ ਗਰੁੱਪਿੰਗ ਬਾਰੇ ਦੱਸਾਂਗਾ। ਸੈੱਲ ਜਾਂ ਬੈਟਰੀ ਦੀ ਗਰੁੱਪਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ, ਸੈੱਲ ਜਾਂ ਬੈਟਰੀ ਦੀ ਗਰੁੱਪਿੰਗ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ। ਸੈੱਲ ਦੀ ਗਰੁੱਪਿੰਗ 2 ਤਰੀਕੇ ਨਾਲ ਕੀਤੀ ਜਾਂਦੀ ਹੈ, ਇੱਕ ਤੇ ਸੀਰੀਜ਼ ਗਰੁੱਪਿੰਗ, ਪੈਰਲਲ ਗਰੁੱਪਿੰਗ, ਤੇ ਥਰਡ ਹੈਗੀ ਸੀਰੀਜ਼ ਪੈਰਲਲ ਗਰੁੱਪਿੰਗ। ਸੀਰੀਜ਼ ਵਿੱਚ ਗਰੁੱਪਿੰਗ ਕਰਕੇ, ਪੈਰਲਲ ਵਿੱਚ ਗਰੁੱਪਿੰਗ ਕਰਕੇ, ਤੇ ਦੋਨੇ ਸੀਰੀਜ਼ ਤੇ ਪੈਰਲਲ ਗਰੁੱਪਿੰਗ ਕਰਕੇ ਵੀ ਅਸੀਂ ਇਹਦੀ ਵੋਲਟੇਜ ਜਾਂ ਅੰਪੇਅਰ ਆਵਰ ਵਧਾ ਘਟਾ ਸਕਦੇ ਹਾਂ। ਅਗਰ ਅਸੀਂ ਬੈਟਰੀਆਂ ਨੂੰ ਸੀਰੀਜ਼ ਵਿੱਚ ਜੋੜਦੇ ਹਾਂ, ਇਹਦੇ ਵਿੱਚ ਕੀ ਹੁੰਦਾ ਹੈ, ਇਹਦੀ ਵੋਲਟੇਜ ਵੱਧ ਜਾਂਦੀ ਹੈ। ਸੋ 9 ਵੋਲਟ ਦੀ ਬੈਟਰੀ ਹੈ, ਅਗਰ 3 ਬੈਟਰੀਆਂ 9 ਵੋਲਟ ਸੀਰੀਜ਼ ਵਿੱਚ ਜੋੜਦੇ ਹਾਂ, 9 ਤੇ 27 ਵੋਲਟ ਟੋਟਲ ਵੋਲਟੇਜ ਇਹਦੀ 27 ਵੋਲਟ ਹੋ ਜਾਏਗੀ, ਅਗਰ ਅਸੀਂ ਇਹਨੂੰ ਸੀਰੀਜ਼ ਵਿੱਚ ਜੋੜਦੇ ਹਾਂ। ਸੀਰੀਜ਼ ਵਿੱਚ ਵੋਲਟੇਜ ਵੱਧਦੀ ਹੈ, ਵੋਲਟੇਜ ਚੇਂਜ ਹੁੰਦੀ ਹੈ, ਪਰ ਕਰੰਟ ਜਿਹੜਾ ਸਾਰਿਆਂ ਵਿੱਚ ਸੇਮ ਰਹਿੰਦਾ ਹੈ। ਲੋਡ ਜਦੋਂ ਆਪਾਂ ਦੇਵਾਂਗੇ ਕਰੰਟ ਸੇਮ ਰਹੇਗਾ, ਲੇਕਿਨ ਇਹਦੀ ਵੋਲਟੇਜ ਵੱਧ ਜਾਏਗੀ। ਪਰ ਪੈਰਲਲ ਗਰੁੱਪਿੰਗ ਕਰਦੇ ਹਾਂ, ਪੈਰਲਲ ਗਰੁੱਪਿੰਗ 'ਚ ਵੋਲਟੇਜ ਸੇਮ ਰਹਿੰਦੀ ਹੈ, ਵੋਲਟੇਜ ਉਹੀ ਰਹੇਗੀ, ਇਹਦੀ ਅੰਪੇਅਰ ਆਵਰ ਕਪੈਸਿਟੀ ਵੱਧ ਜਾਏਗੀ ਬੈਟਰੀਆਂ ਦੀ। ਸਪੋਜ਼ ਇਹ ਹੈਗੀ ਜੇ 2 AH ਦੀ ਬੈਟਰੀ ਹੈ, ਅਤੇ ਅਗਰ ਆਪਾਂ ਪੈਰਲਲ ਵਿੱਚ ਜੋੜਦੇ ਹਾਂ ਤਾਂ 3 ਬੈਟਰੀ ਨੂੰ ਜੇ ਪੈਰਲਲ ਵਿੱਚ ਜੋੜਦੇ ਟੋਟਲ 6 AH ਹੋ ਜਾਏਗੀ, ਪਰ ਵੋਲਟੇਜ ਵੋਲਟੇਜ ਜਿਹੜੀ ਆ ਉਹੀ ਰਹੇਗੀ, 9 ਵੋਲਟ ਹੀ ਰਹੇਗੀ। ਇਹ ਤੁਹਾਨੂੰ ਅਸੀਂ ਪ੍ਰੈਕਟੀਕਲ ਵੀ ਕਰਕੇ ਦਿਖਾਉਂਦੇ ਹਾਂ, ਨਾਲੇ ਬੈਟਰੀ ਦਾ ਦੱਸ ਵੀ ਦਿੰਦੇ ਹਾਂ। ਸਪੋਜ਼ ਮੇਰੇ ਕੋਲ 9 ਵੋਲਟ ਦੀ ਬੈਟਰੀ ਪਈ ਹੈ, 9 ਵੋਲਟ ਦੀ ਬੈਟਰੀ ਹੈ, ਹਾਈ ਵਾਟ ਦੀ ਬੈਟਰੀ ਹੈ, 9 ਵੋਲਟ ਦੀ। ਇਹਨਾਂ ਨੂੰ ਆਪਾਂ ਗਰੁੱਪਿੰਗ ਕਰਾਂਗੇ। ਇਹ ਇਹਦਾ ਪੋਜ਼ੀਟਿਵ ਲਿਖਿਆ ਹੋਇਆ ਹੈ, ਸਿੰਬਲ ਬਣਾਇਆ ਦਾ ਪੋਜ਼ੀਟਿਵ ਹੈ, ਪੋਲੈਰਿਟੀ ਹੁੰਦੀ ਹੈ ਇਹ ਪੋਜ਼ੀਟਿਵ ਨੈਗੇਟਿਵ ਹੈ ਜੀ, ਨੈਗੇਟਿਵ ਪੋਲੈਰਿਟੀ ਹੈ, ਇਹਨਾਂ ਨੈਗੇਟਿਵ ਜੋੜਨਾ ਹੈ। ਗਰੁੱਪਿੰਗ ਬੜੀ ਧਿਆਨ ਨਾਲ ਕਰਨੀ ਹੈ, ਸੀਰੀਜ਼ ਤੇ ਪੈਰਲਲ ਗਰੁੱਪਿੰਗ ਬੜੇ ਧਿਆਨ ਨਾਲ ਕਰਨੀ ਹੈ। 9 ਵੋਲਟ ਦੀ ਬੈਟਰੀ ਹੈ ਇਹਦੇ ਬਾਰੇ ਤੁਹਾਨੂੰ ਮੈਂ ਕਨੈਕਸ਼ਨ ਕਰਕੇ ਦੱਸਣਾ ਹੁਣ ਕਿਸ ਤਰ੍ਹਾਂ ਅਸੀਂ ਸੀਰੀਜ਼ ਗਰੁੱਪਿੰਗ ਕਰਨੀ ਹੈ, ਪੈਰਲਲ ਗਰੁੱਪਿੰਗ ਕਰਨੀ ਹੈ, ਅਤੇ ਵੋਲਟੇਜ 'ਤੇ ਕੀ ਇਫੈਕਟ ਪਏਗਾ ਮਲਟੀਮੀਟਰ ਨਾਲ ਆਪਾਂ ਟੈਸਟ ਕਰਾਂਗੇ। ਨਾਲ ਤੁਹਾਨੂੰ ਡਾਇਓਡ ਦਾ ਵੀ ਦੱਸਾਂਗੇ ਕਿ ਡਾਇਓਡ ਨੂੰ ਕਿਸ ਤਰ੍ਹਾਂ ਟੈਸਟ ਕਰਨਾ ਹੈ, ਕਿ ਡਾਇਓਡ ਠੀਕ ਹੈ ਜਾਂ ਖਰਾਬ ਹੈ।
ਪੀਐਨ ਜੰਕਸ਼ਨ ਦੇ ਹਿਸਾਬ ਨਾਲ। ਡਾਇਓਡ ਇੱਕ ਪੀਐਨ ਜੰਕਸ਼ਨ ਹੈ। ਪੀ ਨੂੰ ਮਲਟੀਮੀਟਰ ਦੀ ਪੋਜ਼ਿਟਿਵ ਲੀਡ ਲਗਾਉਣੀ ਹੈ, ਐਨ ਨੂੰ ਬੈਟਰੀ ਦੀ ਨੈਗੇਟਿਵ ਲੀਡ ਲਗਾਉਣੀ ਹੈ। ਅਗਰ ਉਹ ਇੱਕ ਰੈਜ਼ਿਸਟੈਂਸ ਦੱਸਦਾ ਹੈ ਤਾਂ ਇਸਦਾ ਮਤਲਬ ਹੈ ਡਾਇਓਡ ਠੀਕ ਹੈ। ਅਗਰ ਓਵਰਲੋਡ ਦੱਸਦਾ ਹੈ ਤਾਂ ਡਾਇਓਡ ਓਪੋਜਿਟ ਸਾਈਡ 'ਤੇ ਓਵਰਲੋਡ ਦੱਸਣਾ ਚਾਹੀਦਾ ਹੈ, ਕਿਉਂਕਿ ਹਾਈ ਰੈਜ਼ਿਸਟੈਂਸ ਹੁੰਦੀ ਹੈ ਉਸ ਦੀ। ਧੰਨਵਾਦ। ਹੁਣ ਤੁਹਾਨੂੰ ਬੈਟਰੀਆਂ ਦੀ ਗਰੁੱਪਿੰਗ ਦੱਸੀ ਜਾਏਗੀ। 3 ਤਰ੍ਹਾਂ ਦੀ ਬੈਟਰੀ ਦੀ ਗਰੁੱਪਿੰਗ ਹੁੰਦੀ ਹੈ: ਸੀਰੀਜ਼ ਗਰੁੱਪਿੰਗ, ਪੈਰਲਲ ਗਰੁੱਪਿੰਗ, ਸੀਰੀਜ਼ ਪੈਰਲਲ ਗਰੁੱਪਿੰਗ। ਸਭ ਤੋਂ ਪਹਿਲਾਂ ਸੀਰੀਜ਼ ਗਰੁੱਪਿੰਗ ਹੈ। ਸੀਰੀਜ਼ ਗਰੁੱਪਿੰਗ 'ਚ 3 ਬੈਟਰੀਆਂ 9 ਵੋਲਟ ਦੀਆਂ 3 ਬੈਟਰੀਆਂ ਆਪਾਂ ਸੀਰੀਜ਼ 'ਚ ਜੋੜੀਆਂ। ਜਿਹੜਾ ਉਹਦਾ ਪੋਜ਼ੀਟਿਵ ਹੈ ਨੈਗੇਟਿਵ ਹੈ, ਨੈਗੇਟਿਵ ਨੂੰ ਪੋਜ਼ਿਟਿਵ ਨਾਲ ਜੋੜਨਾ ਹੈ, ਉਹਦੇ ਨੈਗੇਟਿਵ ਨੂੰ ਪੋਜ਼ਿਟਿਵ ਨਾਲ ਜੋੜਨਾ ਹੈ। ਪੋਜ਼ਿਟਿਵ ਨੈਗੇਟਿਵ ਬਾਹਰ ਆ ਜਾਣੇ ਆ ਅਤੇ 9 ਵੋਲਟ 27 ਵੋਲਟ ਹੋ ਜਾਣੇ ਆ। AH ਸੇਮ ਰਹਿਣੀ ਹੈ, ਅੰਪੇਅਰ ਆਵਰ ਕਪੈਸਿਟੀ ਸੇਮ ਰਹਿਣੀ ਹੈ, ਵੋਲਟੇਜ ਵੱਧ ਜਾਣੀ ਹੈ। ਠੀਕ ਹੈ, ਇਹ ਸੀਰੀਜ਼ ਗਰੁੱਪਿੰਗ ਹੈ। ਪੈਰਲਲ ਗਰੁੱਪਿੰਗ ਵੱਲ ਦੇਖੋ। ਪੈਰਲਲ ਗਰੁੱਪਿੰਗ ਦੇ ਵਿੱਚ ਪੋਜ਼ਿਟਿਵ ਨੂੰ ਪੋਜ਼ਿਟਿਵ, ਨੈਗੇਟਿਵ ਨੈਗੇਟਿਵ। ਪੋਜ਼ਿਟਿਵ ਨੂੰ ਪੋਜ਼ਿਟਿਵ ਨਾਲ ਜੋੜਨਾ ਹੈ, ਅਗਲੀ ਪੋਜ਼ਿਟਿਵ ਨੂੰ ਪੋਜ਼ਿਟਿਵ ਨਾਲ ਜੋੜਨਾ ਹੈ, ਉਹ ਨੈਗੇਟਿਵ ਨਾਲ ਕਾਮਨ ਕਰ ਦੇਣੀ ਹੈ। ਇਹ ਤੁਹਾਡੀ ਪੈਰਲਲ ਗਰੁੱਪਿੰਗ ਹੋਈ। ਇਹਦੇ ਵਿੱਚ ਕੀ ਹੁੰਦਾ ਹੈ, ਵੋਲਟੇਜ ਸੇਮ ਰਹੇਗੀ 9 ਵੋਲਟ, ਲੇਕਿਨ ਅੰਪੇਅਰ ਆਵਰ ਵੱਧ ਜਾਣਗੇ, ਕਪੈਸਿਟੀ ਵੱਧ ਜਾਏਗੀ। ਜੇ 2 AH ਦੀ 3 ਬੈਟਰੀਆਂ ਅਤੇ ਇਹਦੇ 'ਚ 6 AH ਦੀ ਬੈਟਰੀ ਹੋ ਜਾਏਗੀ। ਅੱਗੇ ਸੀਰੀਜ਼ ਪੈਰਲਲ ਗਰੁੱਪਿੰਗ। ਸੀਰੀਜ਼ ਪੈਰਲਲ ਗਰੁੱਪਿੰਗ ਦੇ ਵਿੱਚ ਬੈਟਰੀਆਂ ਨੂੰ ਸੀਰੀਜ਼ 'ਚ ਵੀ ਜੋੜਨਾ ਹੈ, ਨਾਲ ਉਹਦੇ ਪੈਰਲਲ 'ਚ ਵੀ ਜੋੜਨਾ ਹੈ। 2 ਬੈਟਰੀਆਂ ਨੂੰ ਸੀਰੀਜ਼ ਜੋੜੇਦਾ, ਥੱਲੇ 2 ਬੈਟਰੀਆਂ ਨੂੰ ਫਿਰ ਸੀਰੀਜ਼ ਜੋੜੇਦਾ, ਇਹਨਾਂ ਨੂੰ ਆਪਸ 'ਚ ਪੈਰਲਲ 'ਚ ਕਰ ਦਿੰਦਾ। ਇਹਦੇ 'ਚ ਕੀ ਚੇਂਜਿਸ ਆਏਗਾ, 9 ਵੋਲਟ 18 ਵੋਲਟ ਹੋ ਗਏ, AH ਸੇਮ ਰਹੀ 2 AH ਹੀ, ਇਹ ਵੀ 18 ਵੋਲਟ ਹੋ ਗਏ, ਇਹ ਵੀ 2 AH। ਪਰ 18 ਇਹ ਪੈਰਲਲ ਵਿੱਚ ਹੈ, ਵੋਲਟੇਜ ਥੱਲੇ ਓਵਰਆਲ 18 ਵੋਲਟ ਰਹੀ, ਲੇਕਿਨ AH ਅੰਪੇਅਰ ਆਵਰ ਵੱਧ ਗਏ 4 AH। ਠੀਕ ਹੈ ਜੀ, ਇਹ ਇਹਦੀ ਗਰੁੱਪਿੰਗ ਹੈ, ਸੀਰੀਜ਼ ਅਤੇ ਪੈਰਲਲ ਗਰੁੱਪਿੰਗ। ਹੁਣ ਅਸੀਂ ਤੁਹਾਨੂੰ ਸੀਰੀਜ਼ ਅਤੇ ਪੈਰਲਲ ਗਰੁੱਪਿੰਗ ਦੇ ਵਿੱਚ ਪ੍ਰੈਕਟੀਕਲੀ ਜੋੜ ਕੇ ਦਿਖਾਵਾਂਗੇ, ਨਾਲੇ ਬੈਟਰੀ ਬਾਰੇ ਦੱਸਾਂਗੇ। ਧੰਨਵਾਦ। ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਸੀ ਕਿ ਬੈਟਰੀ ਦੀ ਜਿਹੜੀ ਵੋਲਟੇਜ ਹੈ DC ਵਿੱਚ ਹੁੰਦੀ ਹੈ। ਸਭ ਤੋਂ ਪਹਿਲਾਂ ਸਾਡੇ ਕੋਲ 9 ਵੋਲਟ ਦੀ ਬੈਟਰੀ ਹੈ। ਅਸੀਂ ਮਲਟੀਮੀਟਰ ਨਾਲ ਵੋਲਟੇਜ ਉੱਤੇ ਰੱਖ ਕੇ DC ਦੇ ਵਿੱਚ ਸਪਲਾਈ ਕਰਕੇ ਪਹਿਲੀ ਵੋਲਟੇਜ ਚੈੱਕ ਕਰਾਂਗੇ ਕਿੰਨੀ ਵੋਲਟੇਜ ਦੀ ਹੈ ਬੈਟਰੀ। ਇਹ ਜਿਹੜੀ ਪੋਜ਼ਿਟਿਵ ਹੈ, ਪੋਜ਼ਿਟਿਵ ਨੂੰ ਪੋਜ਼ਿਟਿਵ ਨਾਲ, ਨੈਗੇਟਿਵ ਨੂੰ ਨੈਗੇਟਿਵ ਨਾਲ ਲਗਾਵਾਂਗੇ ਅਤੇ ਇਹ ਸਾਨੂੰ ਬੈਟਰੀ ਦੀ ਵੋਲਟੇਜ ਦੱਸੇਗਾ। 9.68 ਵੋਲਟ ਦੀ ਬੈਟਰੀ ਹੈ। 9.67 ਮਤਲਬ ਥੋੜੀ ਚਾਰਜ ਹੈ ਬੈਟਰੀ, 9 ਤੋਂ ਉੱਪਰ ਆਏਗੀ। ਤੁਹਾਨੂੰ ਪਹਿਲੇ ਵੀ ਦੱਸਿਆ ਹੈ ਫੁੱਲ ਚਾਰਜ ਬੈਟਰੀ ਦੀ ਥੋੜੀ ਵੋਲਟੇਜ ਵੱਧ ਹੁੰਦੀ ਹੈ। 9.67 ਵੋਲਟ ਦੀ ਬੈਟਰੀ ਹੈ ਇਹ ਤੁਹਾਨੂੰ ਦੱਸ ਦਿੱਤੀ ਗਈ ਹੈ। ਹੁਣ ਅਸੀਂ ਇਹਨਾਂ ਦੀ ਗਰੁੱਪਿੰਗ ਕਰਾਂਗੇ, ਸੀਰੀਜ਼ ਗਰੁੱਪਿੰਗ ਅਤੇ ਪੈਰਲਲ ਗਰੁੱਪਿੰਗ। 2 ਬੈਟਰੀਆਂ ਨੂੰ ਮੈਂ ਸੀਰੀਜ਼ ਵਿੱਚ ਜੋੜ ਕੇ ਦਿਖਾਵਾਂਗਾ ਤੁਹਾਨੂੰ, ਅਤੇ ਉਹਦੇ ਵਿੱਚ ਕੀ ਇਫੈਕਟ ਪੈਂਦਾ ਹੈ, ਬੈਟਰੀ ਦੀ ਵੋਲਟੇਜ ਦੇ ਕੀ ਇਫੈਕਟ ਪੈਂਦਾ। ਹੁਣ ਮੈਂ ਦੇਖੋ ਸੀਰੀਜ਼ ਗਰੁੱਪਿੰਗ ਕਿਸ ਤਰ੍ਹਾਂ ਕਰਨੀ ਹੈ, ਦਿਖਾਉਂਦੇ ਰਹੋ। ਸੀਰੀਜ਼ ਗਰੁੱਪਿੰਗ ਧਿਆਨ ਨਾਲ ਦੇਖੋ। ਇਹਦੀ ਜਿਹੜੀ ਹੈ ਨੈਗੇਟਿਵ ਇਹਦੇ ਪੋਜ਼ਿਟਿਵ ਨਾਲ ਜੋੜ ਦੇਣੀ ਹੈ, ਇਸ ਦੀ ਨੈਗੇਟਿਵ ਨੂੰ ਪੋਜ਼ਿਟਿਵ ਨਾਲ ਜੋੜਨਾ ਹੈ। ਨੈਗੇਟਿਵ ਨੂੰ ਪੋਜ਼ਿਟਿਵ ਨਾਲ ਤੁਹਾਨੂੰ ਸਰਕਟ ਵਿੱਚ ਦਿਖਾਇਆ ਗਿਆ ਸੀ। ਇੱਕ ਸਰਕਟ ਪਿਛਲਾ ਜਿਹੜਾ ਗਰੁੱਪਿੰਗ 'ਚ ਦੇਖੋ, ਗਰੁੱਪਿੰਗ ਦੇ ਸਰਕਟ ਦੇ ਵਿੱਚ ਤੁਹਾਨੂੰ ਦਿਖਾਇਆ ਦਾ ਇਹ ਆਪਾਂ ਨੂੰ ਸੀਰੀਜ਼ ਨੂੰ ਇਹਦੀ ਜਿਹੜੀ ਨੈਗੇਟਿਵ ਹੈ ਪੋਜ਼ਿਟਿਵ ਨਾਲ ਜੋੜਤੀ। 2 ਬੈਟਰੀਆਂ ਆਪਾਂ ਜੋੜੀਆਂ। ਇਸ ਵੇਲੇ ਵੋਲਟੇਜ ਜਿਹੜੀ ਹੈ 18 ਵੋਲਟ ਹੋਣੀ ਚਾਹੀਦੀ ਹੈ, ਪਰ ਉਹਦੀ ਵੋਲਟੇਜ 'ਤੇ ਵੀ ਡਿਪੈਂਡ ਕਰਦਾ ਕਿ ਉਹ ਕਿੰਨੇ ਵੋਲਟ ਦੀ ਬੈਟਰੀ ਹੈ। ਜਦੋਂ ਅਸੀਂ ਇਹਨੂੰ ਚੈੱਕ ਕਰਾਂਗੇ ਸੀਰੀਜ਼ ਵਿੱਚ ਗਰੁੱਪਿੰਗ ਕੀਤੀ ਦੀ ਹੈ, ਦੇਖੋ 19.29 ਵੋਲਟ ਹੋ ਗਈ। ਸੀਰੀਜ਼ ਗਰੁੱਪਿੰਗ ਕਰਤੀ ਹੈ ਨਾ, ਇਹਦੀ ਸੀਰੀਜ਼ ਗਰੁੱਪਿੰਗ ਹੈ। ਇਹਦੇ ਵਿੱਚ ਵੋਲਟੇਜ ਵੱਧ ਜਾਏਗੀ, ਇਹ ਅੰਪੇਅਰ ਆਵਰ ਸੇਮ ਰਹਿਣਗੇ, ਅੰਪੇਅਰ ਆਵਰ ਨਹੀਂ ਵਧਣਗੇ। ਪਰ ਜੇ ਆਪਾਂ ਇਹਨੂੰ ਪੈਰਲਲ ਵਿੱਚ ਜੋੜਾਂਗੇ, ਸੀਰੀਜ਼ ਗਰੁੱਪਿੰਗ ਦੇ ਵਿੱਚ ਕੀ ਹੈ, ਉਹਦੀ ਜਿਹੜੀ ਨੈਗੇਟਿਵ ਉਹਦੀ ਪੋਜ਼ਿਟਿਵ ਨਾਲ, ਅਗਲੀ ਜਿਹੜੀ ਹੁਣ ਜੇ ਸਪੋਜ਼ ਅਗਲੀ ਬੈਟਰੀ ਜੋੜਦੇ ਆਪਾਂ, ਇਹਦੀ ਜਿਹੜੀ ਨੈਗੇਟਿਵ ਹੈ ਉਹਦੀ ਪੋਜ਼ਿਟਿਵ ਨਾਲ ਜੋੜਨੀ ਸੀ, ਨੈਗੇਟਿਵ ਫਿਰ ਪੋਜ਼ਿਟਿਵ ਬਾਹਰ ਆਏਗੀ। ਇਹਦੀ ਜਿਹੜੀ ਨੈਗੇਟਿਵ ਉਹਦੀ ਪੋਜ਼ਿਟਿਵ ਨਾਲ ਜੋੜਨੀ ਸੀ, ਅਗਲੀ ਬੈਟਰੀ ਦੀ ਉਹਦੀ ਨੈਗੇਟਿਵ ਬਾਹਰ ਆਏਗੀ, ਇਹ ਪੋਜ਼ਿਟਿਵ ਰਹਿਣੀ ਸੀ। ਇਹ ਸੀਰੀਜ਼ ਗਰੁੱਪਿੰਗ ਹੈ। ਪੈਰਲਲ ਗਰੁੱਪਿੰਗ ਵੀ ਦੱਸਾਂਗੇ ਤੁਹਾਨੂੰ ਪੈਰਲਲ ਗਰੁੱਪਿੰਗ ਕਿਸ ਤਰ੍ਹਾਂ ਕਰਨੀ ਹੈ। ਪੈਰਲਲ ਗਰੁੱਪਿੰਗ ਦੇ ਵਿੱਚ ਅਸੀਂ ਕੀ ਕਰਾਂਗੇ, ਜਿਹੜੀ ਇਹਦੀ ਪੋਜ਼ਿਟਿਵ ਹੈ ਪੋਜ਼ਿਟਿਵ ਨਾਲ ਜੋੜਾਂਗੇ, ਨੈਗੇਟਿਵ ਨਾਲ ਜੋੜਾਂਗੇ। ਪੋਜ਼ਿਟਿਵ ਨੈਗੇਟਿਵ ਨੂੰ ਨੈਗੇਟਿਵ ਨਾਲ ਜੋੜਨਾ ਹੈ ਅਤੇ ਪੋਜ਼ਿਟਿਵ ਨੂੰ ਪੋਜ਼ਿਟਿਵ ਨਾਲ ਜੋੜਨਾ ਹੈ। ਪੋਜ਼ਿਟਿਵ ਨੂੰ ਪੋਜ਼ਿਟਿਵ ਨਾਲ ਜੋੜਨਾ ਹੈ, ਬੜੇ ਧਿਆਨ ਨਾਲ ਜੋੜਨਾ ਹੈ, ਆਪਸ 'ਚ ਸ਼ੋਰਟ ਨਹੀਂ ਹੋਣੀ ਚਾਹੀਦੀਆਂ। ਜਦੋਂ ਅਸੀਂ ਜੋੜਤਾ ਵੋਲਟੇਜ ਸੇਮ ਰਹੇਗੀ, ਪਰ ਇਹਦੇ ਵਿੱਚ ਕੀ ਇਫੈਕਟ ਪਏਗਾ, ਇਹਨਾਂ ਦੀ ਕਪੈਸਿਟੀ ਵੱਧ ਜਾਏਗੀ। ਇਹ ਅਗਰ ਇਹਨੂੰ ਆਪਾਂ 9 ਵੋਲਟ ਦੀ ਚੀਜ਼ ਚਲਾਵਾਂਗੇ ਇਹਦੀ ਕਪੈਸਿਟੀ ਵੱਧ ਜਾਏਗੀ। ਦੇਖੋ ਵੋਲਟੇਜ ਸੇਮ ਰਹੀ ਲੇਕਿਨ ਇਹਦੀ ਕਪੈਸਿਟੀ ਵੱਧ ਜਾਣੀ ਹੈ, ਮਤਲਬ ਇਹ ਜ਼ਿਆਦਾ ਦੇਰ ਚੱਲੇਗੀ। AH ਵੱਧ ਗਏ, ਐਂਪੀਅਰ ਆਵਰ ਵੱਧ ਗਏ। ਪਰ ਵੋਲਟੇਜ ਆਪਾਂ ਕਿਉਂ ਵਧਾਉਂਦੇ ਹਾਂ, ਕਈ ਜਗ੍ਹਾ 'ਤੇ ਸਾਨੂੰ ਬਹੁਤ ਜ਼ਿਆਦਾ ਵੋਲਟੇਜ ਨਾਲ ਕੋਈ ਚੀਜ਼ ਚਲਾਉਣੀ ਹੈ, ਅਪਲਾਈਸਿਸ ਕੋਈ ਜਗਾਉਣਾ ਹੈ, ਸਪੋਜ਼ 20 ਵੋਲਟ ਦਾ ਕੋਈ ਚੀਜ਼ ਮੋੜ ਚਲਾਉਣੀ ਹੈ ਅਤੇ ਅਸੀਂ ਇਹਨੂੰ ਸੀਰੀਜ਼ 'ਚ ਜੋੜ ਦਾਂਗੇ। ਲੇਕਿਨ ਅਗਰ ਅਸੀਂ ਇਹਨੂੰ ਕਪੈਸਿਟੀ ਵਧਾਉਣੀ ਹੈ ਤਾਂ ਇਸ ਨੂੰ ਅਸੀਂ ਪੈਰਲਲ ਵਿੱਚ ਜੋੜਾਂਗੇ। ਤੁਹਾਡੇ ਸਾਹਮਣੇ ਆਪਾਂ ਪ੍ਰੈਕਟੀਕਲ ਵੀ ਕਰਕੇ ਦਿਖਾਇਆ ਹੈ।
ਹੁਣ ਮੈਂ ਤੁਹਾਨੂੰ ਇੱਕ ਡਾਇਓਡ ਦਾ ਰਹਿ ਗਿਆ ਸੀ। ਡਾਇਓਡ ਇਹ ਮੇਰੇ ਕੋਲ ਕੱਲ ਤੁਹਾਨੂੰ ਦੱਸਾਂਗਾ। ਇਹ ਬ੍ਰਿਜ ਰੈਕਟੀਫਾਇਰ ਬਣਾਇਆ ਮੈਂ, ਫੁੱਲ ਵੇਵ ਬ੍ਰਿਜ ਰੈਕਟੀਫਾਇਰ। ਇਸ ਨੂੰ ਮੈਂ ਕਹਾਂਗਾ ਆਪਣੇ ਕੈਮਰਾਮੈਨ ਨੂੰ ਬੜੇ ਧਿਆਨ ਨਾਲ ਦਿਖਾਣ। ਬ੍ਰਿਜ ਰੈਕਟੀਫਾਇਰ, ਇਹਦੇ ਵਿੱਚ ਇੱਕ ਟਰਾਂਸਫਾਰਮਰ ਲੱਗਿਆ ਹੈ, ਸਟੈਪ ਡਾਊਨ ਟਰਾਂਸਫਾਰਮਰ, ਜਿਹੜਾ 230 ਵੋਲਟ ਤੋਂ 12 ਵੋਲਟ ਕਰਦਾ ਹੈ। ਉਸ ਤੋਂ ਬਾਅਦ 4 ਡਾਇਓਡ ਲਗਾਏ ਹੈ ਬ੍ਰਿਜ ਰੈਕਟੀਫਾਇਰ ਬਣਾ ਕੇ। ਉਸ ਤੋਂ ਬਾਅਦ ਬ੍ਰਿਜ ਰੈਕਟੀਫਾਇਰ ਦਾ ਬਣਾ ਕੇ ਅੱਗੇ ਮੈਂ ਫਿਲਟਰ ਸਰਕਟ ਲਗਾਇਆ, ਕਪੈਸਿਟਰ ਲਗਾ ਕੇ। ਉਸ ਤੋਂ ਬਾਅਦ ਇਹ ਜਿਹੜਾ ਫਿਲਟਰ ਸਰਕਟ ਹੈ 12 ਵੋਲਟ ਨੂੰ ਫਿਰ ਵੋਲਟੇਜ ਨੂੰ ਡ੍ਰੌਪ ਕਰਕੇ LED ਲਗਾਈ ਹੈ, ਜਿਹੜੀ 5 ਵੋਲਟ ਤੇ ਚੱਲਦੀ ਹੈ। ਇਸ ਨੂੰ ਲਾਸਟ ਵਿੱਚ 5 ਵੋਲਟ ਦਿੱਤੇ ਹੈ। ਹੁਣ ਮੈਂ ਇਹਦੇ ਵਿੱਚ ਇਸ ਨੂੰ ਸਪਲਾਈ ਦੇ ਕੇ ਵੀ ਚਲਾਉਣ ਦੀ ਕੋਸ਼ਿਸ਼ ਕਰਾਂਗਾ, LED ਜਗਦੀ ਹੈ ਜਾਂ ਨਹੀਂ। ਬ੍ਰਿਜ ਰੈਕਟੀਫਾਇਰ ਹੈ, ਇਹ ਤੁਹਾਨੂੰ ਕੱਲ ਮੈਂ ਸਮਝਾਵਾਂਗਾ। ਥਿਊਰੀ ਥਿਓਰੈਟੀਕਲੀ ਔਰ ਪ੍ਰੈਕਟੀਕਲ ਵੀ ਸਮਝਾਵਾਂਗਾ ਕਿਸ ਤਰ੍ਹਾਂ ਸਰਕਟ ਬਣਾਇਆ ਇਹਦਾ, ਤੁਹਾਨੂੰ ਸਮਝ ਲੱਗ ਜਾਏਗਾ। ਟਰਾਂਸਫਾਰਮਰ ਲੱਗਿਆ, ਇਹ ਬ੍ਰਿਜ ਰੈਕਟੀਫਾਇਰ ਹੈ। +2 ਦੇ ਬੱਚਿਆਂ ਵਾਸਤੇ ਬੜਾ ਇੰਪੋਰਟੈਂਟ ਹੈ। 101% +2 ਦੇ ਵਿੱਚ ਐਗਜ਼ਾਮ ਦੇ ਵਿੱਚ ਆਏਗਾ ਵੀ, ਬ੍ਰਿਜ ਰੈਕਟੀਫਾਇਰ ਆਏਗਾ। ਇਸ ਨੂੰ ਪ੍ਰੈਕਟੀਕਲੀ ਵੀ ਦੇਖ ਸਕਦੇ ਹੋ ਤੁਸੀਂ। ਇਸ ਨੂੰ ਮੈਂ ਚਲਾ ਕੇ ਦਿਖਾਉਣਾ ਹੁਣੇ ਬ੍ਰਿਜ ਰੈਕਟੀਫਾਇਰ ਨੂੰ। ਇਹਦੇ ਉੱਤੇ ਫਿਰ ਫੋਕਸ ਕਰੋ, ਮੈਂ ਆਪਣੇ ਕੈਮਰਾਮੈਨ ਨੂੰ ਕਹਿਣਾ ਬੜੇ ਧਿਆਨ ਨਾਲ ਦੇਖੋ ਇਹਨੂੰ। ਬ੍ਰਿਜ ਰੈਕਟੀਫਾਇਰ ਹੈ। ਹੁਣ ਅਸੀਂ ਇਹਨੂੰ ਚਲਾ ਕੇ ਦਿਖਾਵਾਂਗੇ। ਕੈਮਰਾਮੈਨ ਨੂੰ ਕਹਿਣਾ ਥੋੜਾ ਪੌਜ਼ ਕਰ ਦੇ, ਫਿਰ ਮੈਂ ਇਹਨੂੰ ਚਲਾ ਕੇ ਦਿਖਾਣਾ ਤੁਹਾਨੂੰ। बड़े ध्यान नाल चलाना है इसमें। कुकर सीधे आ रहे हैं। ਹੁਣ ਅਸੀਂ ਦਿਖਾਂਗੇ, ਇਹ ਦੇਖੋ 230 ਵੋਲਟ ਦੀ ਸਪਲਾਈ ਹੈ। ਇਹ ਸਾਹਮਣੇ ਮੈਂ ਦਿਖਾ ਰਿਹਾ 230 ਵੋਲਟ ਦੀ ਸਪਲਾਈ ਹੁਣ ਕਰਤੀ। 230 ਵੋਲਟ ਦੀ ਸਪਲਾਈ ਦਿੱਤੀ ਹੈ। ਹੁਣ ਅਸੀਂ ਇਹਦੇ ਨਾਲ 5 ਵੋਲਟ ਦਾ LED ਬਲਬ ਜਗਾਉਣਾ ਹੈ। ਬ੍ਰਿਜ ਰੈਕਟੀਫਾਇਰ ਲਗਾਇਆ ਔਰ DC ਹੈ, AC ਸਪਲਾਈ ਦਿੱਤੀ ਹੈ, DC ਕਨਵਰਟ ਕੀਤਾ ਔਰ ਇਹਨੂੰ 5 ਵੋਲਟ 'ਚ ਕਨਵਰਟ ਕੀਤਾ ਮੈਂ। ਬੜੇ ਧਿਆਨ ਨਾਲ ਦੇਖੋ ਜੀ, ਬਲਬ ਜਗ ਗਿਆ ਹੈ। ਫੋਕਸ ਕਰਕੇ ਦੱਸੀਏ ਅੱਗੇ। 230 ਵੋਲਟ ਦੀ ਸਪਲਾਈ ਹੈ ਔਰ DC ਬਲਬ ਹੈ। ਇਹਦਾ ਵੀ ਪੋਲੈਰਿਟੀ ਹੁੰਦੀ ਹੈ LED ਬਲਬ ਦੀ, ਪੋਜ਼ਿਟਿਵ ਨੈਗੇਟਿਵ ਹੁੰਦਾ ਹੈ। ਇਹ ਬ੍ਰਿਜ ਰੈਕਟੀਫਾਇਰ ਹੈ, ਬਹੁਤ ਇੰਪੋਰਟੈਂਟ ਟੌਪਿਕ। ਦੇਖੋ ਇਹਦੇ ਵਿੱਚ ਸਟੈਪ ਡਾਊਨ ਟਰਾਂਸਫਾਰਮਰ ਯੂਜ਼ ਕੀਤਾ ਹੈ, 230 ਵੋਲਟ ਨੂੰ 12 ਵੋਲਟ ਕਨਵਰਟ ਕਰ ਰਿਹਾ ਹੈ। ਅੱਗੇ ਮੈਂ ਬ੍ਰਿਜ ਰੈਕਟੀਫਾਇਰ ਲਗਾਇਆ ਜਿਹੜਾ DC ਵਿੱਚ ਕਨਵਰਟ ਕਰ ਰਿਹਾ ਹੈ। ਫਿਲਟਰ ਸਰਕਟ ਲਗਾਇਆ, ਫਿਲਟਰ ਸਰਕਟ ਤੋਂ ਬਾਅਦ ਰੈਜ਼ਿਸਟੈਂਸ ਲਗਾਈ ਹੈ ਵੋਲਟ ਐਂਡ ਡ੍ਰੌਪ ਕਰਨ ਵਾਸਤੇ, ਕਿਉਂਕਿ 12 ਵੋਲਟ ਦੀ ਹੀ ਵੋਲਟ ਐਂਡ ਡ੍ਰੌਪ ਕੀਤਾ 12 ਵੋਲਟ ਦਾ। ਫਿਲਟਰ ਸਰਕਟ ਤਾਂ ਲਗਾਇਆ ਕਿ ਪਿਓਰ DC ਬਣ ਜਾਵੇ। ਪਿਓਰ DC ਤੁਹਾਨੂੰ ਦੱਸਾਂਗੇ ਥਿਓਰੈਟੀਕਲੀ ਵੀ। ਧੰਨਵਾਦ ਜੀ।